ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਰੇਡੀਓ ਸਿੰਘਨਾਦ ਹੈ। ਅੱਜ 20 ਕੱਤਕ ਸੰਮਤ 555 ਨਾਨਕ ਸਾਹਿਬ ਦੇ ਮੁਤਾਬਕ ਦਿਨ ਹੈ ਜੀ ਸ਼ੁੱਕਰਵਾਰ 3 ਨਵੰਬਰ 2023। ਸਾਰੇ ਹੀ ਸੁਣਨ ਵਾਲਿਆਂ ਨੂੰ ਜਿਉਂ ਆਖਦਾ ਹੋਇਆ ਸ਼ਾਮ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਿਆ ਜਸਵੀਰ ਸਿੰਘ। ਸਾਰੇ ਹੀ ਸੁਣਨ ਵਾਲਿਆਂ ਨੂੰ ਜਿਉਂ ਆਖਦਾ ਹੋਇਆ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਸੱਚੇ ਪਾਤਸ਼ਾਹ ਮੇਰਾ ਕਰਨ ਤੇ 1984 ਦੇ ਵਿੱਚ ਜੋ ਭਾਣਾ ਵਰਤਿਆ ਗੁਰੂ ਮਹਾਰਾਜ ਕੌਮ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੁਮਤ ਬਖਸ਼ਣ ਤਾਂ ਕਿ ਅਸੀਂ ਕੌਮੀ ਤੌਰ 'ਤੇ ਕੁਝ ਕਰ ਸਕੀਏ। ਤੇ ਨਾਲ ਹੀ ਅਰਦਾਸ ਸੰਸਾਰ ਅਮਨ ਸ਼ਾਂਤੀ ਵਾਸਤੇ ਗੁਰੂ ਮਹਾਰਾਜ ਮਿਡਲ ਈਸਟ ਵਿੱਚ ਜੋ ਮਨੁੱਖਤਾ ਦਾ ਘਾਣ ਹੋ ਰਿਹਾ ਹੈ ਉਸ ਲਈ ਦੋਹਾਂ ਧਿਰਾਂ ਨੂੰ ਸਮਤ ਬਖਸ਼ਣ ਤਾਂ ਕਿ ਪਿਆਰ ਮੁਹੱਬਤ ਦੇ ਨਾਲ ਮਸਲੇ ਹੱਲ ਕੀਤੇ ਜਾ ਸਕਣ। ਇਹ ਆਵਾਜ਼ ਤੁਹਾਡੀ ਆਪਣੀ ਆਵਾਜ਼ ਹੈ ਤੇ ਇਸ ਆਵਾਜ਼ ਦਾ ਮਿਸ਼ਨ ਹੈ ਪੈ ਕਾਹੂ ਕੋ ਦੇਤ ਨਹਿ ਨਹਿ ਪੈਮਾਨ ਧਿਆਨ। ਤੇ ਸਾਡੇ ਸਾਰੇ ਪ੍ਰੋਗਰਾਮ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਸਿਧਾਂਤ ਨੂੰ ਸਮਰਪਿਤ ਹੁੰਦੇ ਨੇ। ਬਹੁਤ ਬਹੁਤ ਧੰਨਵਾਦ ਉਹਨਾਂ ਸਰੋਤਿਆਂ ਦਾ ਜੋ ਸਟੈਂਡਿੰਗ ਆਰਡਰਸ ਦੇ ਰਾਹੀਂ ਜੋ ਇਸ ਪ੍ਰਵਾਹ ਨੂੰ ਘਰ ਘਰ ਤੱਕ ਪਹੁੰਚਾਉਣ ਦੇ ਵਿੱਚ ਜੋ ਸਹਾਇਤਾ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਉਹਨਾਂ ਦੇ ਕਮਾਈਆਂ 'ਚ ਬਰਕਤਾਂ ਪਾਉਣ ਤੇ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਤੇ ਸਾਡੀ ਆਪਸੀ ਪਿਆਰ ਮੁਹੱਬਤ ਦੀ ਜੋ ਲੜੀ ਹੈ ਉਹ ਇਸੇ ਤਰ੍ਹਾਂ ਚੱਲਦੀ ਰਹੇ। ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਉਹਨਾਂ ਸਾਰੇ ਸਰੋਤਿਆਂ ਦਾ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੁਸੀਂ ਵੀ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਟੈਲੀਫੋਨ ਨੰਬਰ ਹੈ 07947120482 ਜਾਂ ਈਮੇਲ jasveersingh@khalsa.com। ਤੇ ਆਓ ਹੁਣ ਆਪਾਂ ਪ੍ਰੋਗਰਾਮ ਕਰੀਏ ਸ਼ੁਰੂ ਮੇਰੇ ਪਾਤਸ਼ਾਹ ਦੀ ਰਹਿਮਤ ਦੇ ਨਾਲ। ਇਹੀ ਮਕਸਦ ਸੀ 19ਵੀਂ ਸਦੀ ਦੇ ਸ਼ੁਰੂ ਵਿੱਚ ਤੇ 18ਵੀਂ ਸਦੀ ਦੇ ਅੰਤ ਵਿੱਚ, ਜਦੋਂ ਸਾਡੇ ਗੁਰਮੁਖ ਪਿਆਰੇ ਸਿੰਘ ਸਭਾ ਲਹਿਰ ਦੇ ਉਸਰਈਏ ਤੇ ਝੰਡਾ ਬਰਦਾਰ ਗੁਰੂ ਕੇ ਸਿੱਖਾਂ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਿਆ ਕਿ ਸਾਡਾ ਬਚਾਓ ਇਸੇ ਵੇਲੇ ਇਸ ਵਿੱਚ ਹੈ ਕਿ ਅਸੀਂ ਜੋ ਸਿੱਖੀ ਜੀਵਨ ਹੈ ਉਸ ਨੂੰ ਸਮਾਜ ਦੇ ਵਿੱਚ ਕਿਸ ਤਰ੍ਹਾਂ ਪੇਸ਼ ਕਰਨਾ ਹੈ ਤੇ ਕਿਸ ਤਰ੍ਹਾਂ ਜਿਹੜੀਆਂ ਕੁਰੀਤੀਆਂ ਆ ਗਈਆਂ ਨੇ ਉਹਨਾਂ ਨੂੰ ਦੂਰ ਕਰਨਾ ਹੈ। ਤੇ ਵੱਖ-ਵੱਖ ਗੁਰੂ ਕੇ ਪਿਆਰਿਆਂ ਨੇ ਪ੍ਰੋਫੈਸਰ ਗੁਰਮੁਖ ਸਿੰਘ ਜੀ, ਗਿਆਨੀ ਦਿੱਤ ਸਿੰਘ ਜੀ, ਭਾਈ ਕਾਨ ਸਿੰਘ ਜੀ ਨਾਭਾ, ਭਾਈ ਠਾਕੁਰ ਸਿੰਘ ਜੀ ਸੰਧਾਵਾਲੀਆ, ਭਾਈ ਵੀਰ ਸਿੰਘ ਜੀ, ਭਾਈ ਤਖਤ ਸਿੰਘ ਜੀ, ਭਾਈ ਅਤਰ ਸਿੰਘ ਜੀ ਭਦੌੜ ਤੇ ਭਾਈ ਜਵਾਰ ਸਿੰਘ ਜੀ ਆਦਿ ਗੁਰੂ ਕੇ ਸਿੱਖਾਂ ਨੇ ਆਪਣਾ ਯੋਗਦਾਨ ਪਾ ਕੇ ਇਸ ਲਹਿਰ ਨੂੰ ਇੱਕ ਐਸਾ ਪੁਨਰ ਜੀਵਨ ਦਿੱਤਾ ਕਿ ਦੁਨੀਆ ਹੈਰਾਨ ਰਹਿ ਗਈ ਤੇ ਕਾਫੀ ਮੋੜਾ ਪੈ ਗਿਆ।
ਤਾਂ ਇਸੀ ਸੰਬੰਧ ਦੇ ਵਿੱਚ ਸਿੰਘ ਸਭਾ ਲਹਿਰ ਦੇ ਵਿੱਚ ਭਾਈ ਵੀਰ ਸਿੰਘ ਜੀ ਨੇ ਵੀ ਆਪਣਾ ਯੋਗਦਾਨ ਪਾਇਆ ਤੇ ਡਾਕਟਰ ਧਰਮ ਸਿੰਘ ਜੀ ਦੇ ਕਥਨ ਦੇ ਮੁਤਾਬਕ 19ਵੀਂ ਸਦੀ ਦੀ ਆਖਰੀ ਚੌਥਾਈ ਵਿੱਚ ਸਿੱਖ ਸਮਾਜ ਵਿੱਚ ਚੱਲ ਰਹੀ ਪੁਨਰ ਜਾਗਰਣ ਦੀ ਲਹਿਰ ਸਿੰਘ ਸਭਾ ਲਹਿਰ ਅਖਵਾਈ, ਜੋ ਇੱਕ ਧਾਰਮਿਕ, ਸਮਾਜਿਕ, ਵਿਦਿਅਕ ਅਤੇ ਸੱਭਿਆਚਾਰਕ ਲਹਿਰ ਸੀ, ਜਿਸ ਨੇ ਵਿਆਪਕ ਰੂਪ ਵਿੱਚ ਸਿੱਖ ਸਮਾਜ ਨੂੰ ਪ੍ਰਭਾਵਿਤ ਕੀਤਾ ਤੇ ਭਾਈ ਵੀਰ ਸਿੰਘ ਜੀ ਵੀ ਇਸ ਲਹਿਰ ਦੀ ਉਪਜ ਸਨ। ਡਾਕਟਰ ਸੁਰਿੰਦਰ ਸਿੰਘ ਜੀ ਕੋਹਲੀ ਲਿਖਦੇ ਨੇ, ਕਹਿੰਦੇ ਕਿ ਜਿਸ ਸਾਲ ਸਿੰਘ ਸਭਾ ਲਹਿਰ ਦਾ ਜਨਮ ਹੋਇਆ, ਉਸੇ ਸਾਲ ਭਾਈ ਵੀਰ ਸਿੰਘ ਦਾ ਜਨਮ ਹੋਇਆ। ਇਸ ਲਹਿਰ ਦੇ ਵਧਣ ਨਾਲ ਹੀ ਭਾਈ ਸਾਹਿਬ ਜੀ ਵੀ ਵੱਡੇ ਹੁੰਦੇ ਗਏ। ਜਦੋਂ ਭਾਈ ਵੀਰ ਸਿੰਘ ਜੀ ਜਵਾਨ ਹੋਏ ਤਾਂ ਸਿੰਘ ਸਭਾ ਲਹਿਰ ਵੀ ਭਰ ਜੋਬਨ ਵਿੱਚ ਸੀ। ਸਿੰਘ ਸਭਾ ਅਤੇ ਭਾਈ ਵੀਰ ਸਿੰਘ ਜੀ ਨਾ ਕੇਵਲ ਹਮ ਉਮਰ ਸਨ, ਸਗੋਂ ਹਮ ਮਕਸਦ ਵੀ ਸਨ। ਇਸੇ ਲਈ ਸਿੱਖ ਪੁਨਰ ਸੁਰਜੀਤੀ ਲਈ ਜਿੰਨੇ ਵੀ ਯਤਨ ਹੋਏ, ਭਾਈ ਸਾਹਿਬ ਜੀ ਕਿਸੇ ਨਾ ਕਿਸੇ ਰੂਪ ਵਿੱਚ ਉਸ ਨਾਲ ਜੁੜੇ ਰਹੇ। ਕਈਆਂ ਖੇਤਰਾਂ ਵਿੱਚ ਤਾਂ ਉਹਨਾਂ ਪਹਿਲ ਕਦਮੀਆਂ ਵੀ ਕੀਤੀਆਂ। 20ਵੀਂ ਸਦੀ ਦੇ ਪਹਿਲੇ ਦਹਾਕੇ ਦੀ ਗੱਲ ਹੈ ਕਿ ਪੰਜਾਬ ਵਿੱਚ ਥਾਂ-ਥਾਂ ਤੇ ਬਣੀਆਂ ਯੰਗਮੈਨ ਕ੍ਰਿਸਚੀਅਨ ਐਸੋਸੀਏਸ਼ਨਾਂ ਦਾ ਅਸਰ ਸਿੱਖ ਨੌਜਵਾਨਾਂ ਉੱਪਰ ਵੀ ਪੈਣਾ ਸ਼ੁਰੂ ਹੋ ਗਿਆ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਧਾਰਮਿਕ ਮਹੱਤਤਾ ਕਰਕੇ ਅਜਿਹੇ ਹੁਕਮਰਾਨਾਂ ਦਾ ਸਾਰਾ ਜ਼ੋਰ ਇਸ ਸ਼ਹਿਰ ਦੀ ਪਵਿੱਤਰਤਾ ਨੂੰ ਪਲੀਤ ਕਰਨ ਲੱਗਿਆ ਹੋਇਆ ਸੀ। ਸਭ ਤੋਂ ਪਹਿਲਾਂ ਬੁੱਚੜਖਾਨਾ ਸ੍ਰੀ ਅੰਮ੍ਰਿਤਸਰ ਇੱਥੇ ਹੀ ਖੁੱਲਿਆ ਤੇ ਸਭ ਤੋਂ ਪਹਿਲਾ ਗਿਰਜਾ ਘਰ ਇੱਥੇ ਖੁੱਲਾ ਤੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚੋਂ ਕੁਝ ਥਾਂ ਗਿਰਜਾ ਬਣਾਉਣ ਲਈ ਵੀ ਮੱਲੀ ਗਈ। ਉੱਤਰ ਵਾਲੇ ਪਾਸੇ ਘੰਟਾ ਘਰ ਉਸਾਰਿਆ ਗਿਆ। ਸਭ ਤੋਂ ਪਹਿਲਾ ਮਿਸ਼ਨ ਸਕੂਲ ਵੀ ਸ੍ਰੀ ਅੰਮ੍ਰਿਤਸਰ ਵਿਖੇ ਹੀ ਖੁੱਲਿਆ, ਜਿੱਥੋਂ ਦੇ 4 ਸਿੱਖ ਵਿਦਿਆਰਥੀ ਸਿੱਖੀ ਤੋਂ ਪਤਿਤ ਹੋਣ ਲੱਗੇ ਸਨ। ਸਿੰਘ ਸਭਾ ਦਰਅਸਲ ਇਸ ਸਾਰੇ ਪਿਛੋਕੜ ਵਿੱਚੋਂ ਕਾਇਮ ਹੋਈ। ਸਿੰਘ ਸਭਾ ਦੇ ਆਸ਼ਿਆਂ ਨੂੰ ਪ੍ਰਚਾਰਕ, ਵਿਰਸੇ ਪ੍ਰਤੀ ਸੁਚੇਤ ਕਰਨ, ਗੁਰਬਾਣੀ ਦੀ ਨਵੀਂ ਵਿਆਖਿਆ ਕਰਨ, ਸਿੱਖ ਇਤਿਹਾਸ ਪ੍ਰਤੀ ਚੇਤਨਾ ਜਾਗ੍ਰਿਤ ਕਰਨ ਤੇ ਇਹਨਾਂ ਵਿੱਚੋਂ ਪ੍ਰੇਰਨਾ ਲੈ ਕੇ ਸਾਹਿਤ ਰਚਨਾ ਕਰਨ ਵਿੱਚ ਭਾਈ ਵੀਰ ਸਿੰਘ ਜੀ ਦਾ ਯੋਗਦਾਨ ਸਭ ਤੋਂ ਵੱਧ ਹੈ, ਵਿਸ਼ੇਸ਼ ਕਰਕੇ ਸਿਰਜਣਾਤਮਕ ਸਾਹਿਤ ਦੇ ਪ੍ਰਸੰਗ ਵਿੱਚ। ਇਸੇ ਲਈ ਭਾਈ ਸਾਹਿਬ ਜੀ ਨੂੰ ਪੰਜਾਬ ਦਾ 6ਵਾਂ ਦਰਿਆ ਤੇ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਕਹਿ ਕੇ ਸਤਿਕਾਰਿਆ ਜਾਂਦਾ ਹੈ। ਡਾਕਟਰ ਧਰਮ ਸਿੰਘ ਜੀ ਦੇ ਅਨੁਸਾਰ ਉਹਨਾਂ ਦੇ ਸਾਹਿਤ ਦੀ ਇੱਕ ਵੰਨਗੀ ਉਹਨਾਂ ਦੁਆਰਾ ਰਚੇ ਗਏ ਨਾਵਲ ਸੁੰਦਰੀ, ਵਿਜੈ ਸਿੰਘ ਤੇ ਸਤਵੰਤ ਕੌਰ ਹਨ। ਭਾਈ ਸਾਹਿਬ ਦੀ ਸਾਹਿਤ ਰਚਨਾ ਦਾ ਮਨੋਰਥ ਕੀ ਹੋਵੇਗਾ, ਜਿਸ ਦਾ ਸਪਸ਼ਟ ਉਲੇਖ ਉਹਨਾਂ ਨੇ ਇਹਨਾਂ ਨਾਵਲਾਂ ਦੀਆਂ ਭੂਮਿਕਾਵਾਂ ਵਿੱਚ ਕਰ ਦਿੱਤਾ ਹੈ। ਆਪਣੇ ਪਲੇਠੇ ਨਾਵਲ ਸੁੰਦਰੀ ਦੀ ਭੂਮਿਕਾ ਵਿੱਚ ਉਹਨਾਂ ਲਿਖਿਆ ਹੈ ਕਿ ਇਸ ਪੁਸਤਕ ਦੇ ਲਿਖਣ ਤੋਂ ਸਾਡਾ ਤਾਤਪਰਜ ਇਹ ਹੈ ਕਿ ਪੁਰਾਣੇ ਸਮਾਚਾਰ ਪੜ੍ਹ ਕੇ, ਸੁਣ ਕੇ ਸਿੱਖ ਲੋਕ ਆਪਣੇ ਧਰਮ ਵਿੱਚ ਪੱਕੇ ਹੋਣ। ਇਸੇ ਤਰ੍ਹਾਂ ਵਿਜੈ ਸਿੰਘ ਦੀ ਭੂਮਿਕਾ ਵਿੱਚ ਵੀ ਆਪ ਜੀ ਲਿਖਦੇ ਹਨ, ਖਾਲਸਾ ਜੀ, ਕਿਆ ਆਪ ਦੇ ਹਿਰਦੇ ਵਿੱਚ ਆਪਣੇ ਵੱਡਿਆਂ ਦੀ ਇਸ ਨਿਡਰ ਬਹਾਦਰੀ ਔਰ ਨਿਸ਼ਚੈ ਵੱਲ ਵੇਖ ਕੇ ਕੁਝ ਪ੍ਰੇਮ ਪੈਦਾ ਨਹੀਂ ਹੁੰਦਾ? ਕਿਆ ਬੇਪਰਵਾਹੀ ਰੂਪੀ ਜਿੱਲਣ ਨਾਲ ਦੱਬੇ ਹੋਏ ਹੰਝੂ ਦੇ ਖੂਹ ਦਾ ਕਣ ਪਾ ਕੇ ਅੱਖਾਂ ਦੀ ਪ੍ਰਵਾਹ ਨਹੀਂ ਚੱਲਦਾ? ਸਪਸ਼ਟ ਹੈ ਕਿ ਭਾਈ ਵੀਰ ਸਿੰਘ ਦੀ ਨਾਵਲ ਰਚਨਾ ਦਾ ਸੋਮਾ ਸਾਹਿਤਕ ਨਹੀਂ, ਸਗੋਂ ਸਿੱਖ ਪ੍ਰੇਰਨਾਦਾਇਕ ਕਦਰਾਂ ਕੀਮਤਾਂ ਸਨ। ਨਾਵਲ ਵਰਗੇ ਲੋਕਪ੍ਰਿਯ ਰੂਪਾਕਾਰ ਨੂੰ ਭਾਈ ਵੀਰ ਸਿੰਘ ਜੀ ਆਪਣੇ ਸਾਹਿਤਕ ਮਨੋਰਥ ਲਈ ਵਰਤਣਾ ਚਾਹੁੰਦੇ ਸਨ ਤੇ ਉਹਨਾਂ ਨੇ ਅਜਿਹਾ ਹੀ ਕੀਤਾ। ਅਸੀਂ ਜਾਣਦੇ ਹਾਂ
ਕਿ ਸਿੱਖ ਸ਼ਾਸਕਾਂ ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਪੰਜਾਬੀਆਂ ਦਾ ਰਾਜ ਥੋੜ੍ਹਾ ਚਿਰ ਰਿਹਾ ਸੀ। ਮਹਾਰਾਜੇ ਦੀ ਮੌਤ ਪਿੱਛੋਂ ਅੰਗਰੇਜ਼ੀ ਸਾਮਰਾਜ ਨੇ ਰਾਜ ਖੋਹ ਲਿਆ। ਇਸ ਗੱਲ ਦਾ ਸਾਰੇ ਪੰਜਾਬੀਆਂ ਨੂੰ, ਖਾਸ ਕਰਕੇ ਸਿੱਖਾਂ ਨੂੰ ਵਧੇਰੇ ਦੁੱਖ ਸੀ। ਸਮੇਂ ਦੀ ਮੰਗ ਸੀ ਕਿ ਭਾਈ ਵੀਰ ਸਿੰਘ ਸਿੱਖ ਇਤਿਹਾਸ, ਸਿੱਖ ਦਰਸ਼ਨ ਤੇ ਰਹਿਤ ਮਰਿਆਦਾ ਨੂੰ ਪੰਜਾਬ ਦੀ ਜਨਤਾ ਸਾਹਮਣੇ ਰੱਖਦੇ, ਤਾਂ ਜੋ ਉਹ ਉਸ ਤੋਂ ਪ੍ਰੇਰਨਾ ਲੈ ਕੇ ਨਵੇਂ ਹਾਕਮਾਂ ਕੋਲੋਂ ਨਿਜਾਤ ਪਾਉਣ ਦੀ ਕੋਸ਼ਿਸ਼ ਕਰਨ। ਸੰਨ 1893-94 ਵਿੱਚ ਜਦੋਂ ਭਾਈ ਵੀਰ ਸਿੰਘ ਜੀ ਨੇ ਵਾਰਤਕ ਲਿਖਣੀ ਸ਼ੁਰੂ ਕੀਤੀ ਤਾਂ ਆਧੁਨਿਕ ਪੰਜਾਬੀ ਵਾਰਤਕ ਆਰੰਭ ਹੋ ਚੁੱਕਾ ਸੀ ਤੇ ਛਾਪਾਖਾਨਾ ਲੱਗਣ ਨਾਲ ਪੱਤਰਕਾਰੀ ਵੀ ਪ੍ਰਚਲਿਤ ਹੋ ਚੁੱਕੀ ਸੀ। ਸਿੰਘ ਸਭਾ ਦੇ ਆਗੂਆਂ ਨੇ ਇਸ ਨੂੰ ਸਿੱਖ ਧਰਮ ਦੇ ਪ੍ਰਚਾਰ ਦਾ ਮਾਧਿਅਮ ਬਣਾਇਆ। ਖਾਲਸਾ ਟਰੈਕਟ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਨਿਰਗੁਣਿਆਰਾ ਅਤੇ ਖਾਲਸਾ ਸਮਾਚਾਰ ਦਾ ਮੁੱਖ ਉਦੇਸ਼ ਸਿੱਖ ਧਰਮ ਵਿੱਚ ਪੁਨਰ ਜਾਗਰਤੀ ਲਿਆ ਕੇ ਸਮਾਜ ਸੁਧਾਰ, ਵਿਦਿਆ ਪ੍ਰਚਾਰ, ਸਾਹਿਤ ਸੇਵਾ ਅਤੇ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰਨਾ ਸੀ। ਇਹਨਾਂ ਯਤਨਾਂ ਨੇ ਪੰਜਾਬੀ ਪੱਤਰਕਾਰੀ ਦਾ ਨਿਰਮਾਣ ਪੱਕੀਆਂ ਲੀਹਾਂ ਉੱਤੇ ਕੀਤਾ। ਭਾਈ ਵੀਰ ਸਿੰਘ ਇਸ ਸੁਸਾਇਟੀ ਨੂੰ ਕਾਇਮ ਕਰਨ ਤੋਂ ਲੈ ਕੇ ਆਪਣੇ ਅੰਤਲੇ ਸਵਾਸਾਂ ਤੱਕ ਇਸ ਨਾਲ ਜੁੜੇ ਰਹੇ। ਸਿੰਘ ਸਭਾ ਦੇ ਮਨੋਰਥਾਂ ਵਿੱਚੋਂ ਇੱਕ ਮਨੋਰਥ ਆਪਣੇ ਪੁਰਾਤਨ ਵਿਰਸੇ ਦੀ ਆਮ ਸਿੱਖਾਂ ਸਾਹਮਣੇ ਪੇਸ਼ਕਾਰੀ ਹੀ ਸੀ, ਤਾਂ ਉਹ ਆਪਣੇ ਵਡੇਰਿਆਂ ਦੇ ਕਾਰਨਾਮਿਆਂ ਤੋਂ ਪ੍ਰੇਰਿਤ ਹੋ ਕੇ ਆਪਣੇ ਵਿਰਸੇ ਵਿੱਚ ਪੱਕੇ ਰਹਿਣ। ਵਿਰਾਸਤ ਵਿੱਚ ਜਿੱਥੇ ਹੋਰ ਕਈ ਚੀਜ਼ਾਂ ਸ਼ਾਮਲ ਹਨ, ਉੱਥੇ ਸਾਹਿਤਕ ਵਿਰਸਾ ਵੀ ਇੱਕ ਅਹਿਮ ਹੈ। ਸਿੱਖਾਂ ਨੂੰ ਤਾਂ ਗੁੜਤੀ ਹੀ ਸ਼ਬਦ, ਪੋਥੀ ਤੇ ਗ੍ਰੰਥ ਦੀ ਮਿਲੀ ਹੈ। ਇਸੇ ਲਈ ਅਸੀਂ ਵੇਖਦੇ ਹਾਂ ਕਿ ਹਰ ਯੁੱਗ ਵਿੱਚ ਸਿੱਖਾਂ ਵਿੱਚ ਸਾਹਿਤ ਰਚਣ ਦੀ ਚਿੰਗ ਮਗਦੀ ਰਹੀ ਹੈ। ਭਾਈ ਵੀਰ ਸਿੰਘ ਜੀ ਨੂੰ ਇਹਨਾਂ ਗ੍ਰੰਥਾਂ ਬਾਰੇ ਭਲੀ ਭਾਂਤ ਜਾਣਕਾਰੀ ਸੀ, ਕਿਉਂਕਿ ਉਹਨਾਂ ਦਾ ਘਰਾਣਾ ਤਾਂ ਹੈ ਹੀ ਵਿਦਵਾਨਾਂ ਦਾ ਸੀ। ਇਸੇ ਲਈ ਭਾਈ ਜੀ ਨੇ ਜਿਨ੍ਹਾਂ ਗ੍ਰੰਥਾਂ ਦੀ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਅਹਿਮੀਅਤ ਸਮਝੀ ਸੀ, ਉਹਨਾਂ ਨੂੰ ਯੋਗ ਭਾਂਤ ਸੰਪਾਦਿਤ ਕਰਕੇ ਉਹਨਾਂ ਦਾ ਸਰਲਾਰਥ ਕੀਤਾ। ਭਾਈ ਵੀਰ ਸਿੰਘ ਜੀ ਨੇ ਜਿਨ੍ਹਾਂ ਗ੍ਰੰਥਾਂ ਦਾ ਸੰਪਾਦਨ ਕੀਤਾ, ਉਹਨਾਂ ਵਿੱਚ ਸਿੱਖਾਂ ਦੀ ਭਗਤਮਾਲਾ, ਜੋ ਕਿ ਮਾਰਚ 1912 ਵਿੱਚ ਛਾਪੀ ਗਈ, ਪ੍ਰਾਚੀਨ ਪੰਥ ਪ੍ਰਕਾਸ਼ ਕ੍ਰਿਤ ਰਤਨ ਸਿੰਘ ਜੀ ਭੰਗੂ, ਮਾਰਚ 1914, ਪੁਰਾਤਨ ਜਨਮ ਸਾਖੀ 9 ਅਗਸਤ 1926, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ 1926 ਤੋਂ 1935 ਤੱਕ, ਮਾਲਵਾ ਦੇਸ਼ ਰਟਨ ਕੀ ਸਾਖੀ ਪੋਥੀ 1950 ਈਸਵੀ ਵਿੱਚ। ਭਾਈ ਵੀਰ ਸਿੰਘ ਦੀ ਸੰਪਾਦਨਾ ਕਲਾ ਬਾਰੇ ਸੰਖੇਪ ਵਿੱਚ ਦੋ ਗੱਲਾਂ ਕਰਨੀਆਂ ਜ਼ਰੂਰੀ ਭਾਸਦੀਆਂ ਹਨ। ਪਹਿਲੀ ਇਹ ਕਿ ਇਹਨਾਂ ਵਿੱਚ ਲੱਗਦੀ ਵਾਹੇ ਖੋਜ ਵਿਧੀ ਦੇ ਤਕਾਜ਼ਿਆਂ ਨੂੰ ਧਿਆਨ ਵਿੱਚ ਰੱਖਿਆ ਗਿਆ। ਗੁਰਮਤਿ ਦੀ ਦ੍ਰਿਸ਼ਟੀ ਤੋਂ ਕੋਈ ਵੀ ਅਯੋਗ ਗੱਲ ਦੀ ਪੂਰੀ ਤਰ੍ਹਾਂ ਪੜਚੋਲ ਕਰਨ ਉਪਰੰਤ ਹੀ ਉਹਨਾਂ ਆਪਣੀ ਰਾਏ ਜ਼ਰੂਰ ਦਿੱਤੀ ਹੈ। ਜਿੱਥੇ ਕਿਤੇ ਨੁਕਤੇ ਦੀ ਸਪਸ਼ਟਤਾ ਦੀ ਲੋੜ ਪਈ ਹੈ, ਉੱਥੇ ਫੁੱਟ ਨੋਟ ਕਈਆਂ ਸਫ਼ਿਆਂ ਵਿੱਚ ਫੈਲ ਗਏ ਹਨ। ਅੱਜ ਟਰੈਕਟ ਜਾਂ ਕਿਤਾਬੜੀ ਦੇ ਰੂਪ ਵਿੱਚ ਭਾਈ ਜੀ ਦੀ ਇੱਕ ਛੋਟੀ ਜਿਹੀ ਰਚਨਾ ਦੇਵੀ ਪੂਜਨ ਪੜਤਾਲ ਨਾਂ ਥੱਲੇ ਮਿਲਦੀ ਹੈ। ਉਹ ਅਸਲ ਵਿੱਚ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਇੱਕ ਫੁੱਟ ਨੋਟ ਹੀ ਹੈ, ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦੇਵੀ ਪੂਜਨ ਦੀ ਪੜਤਾਲ ਕਰਕੇ ਆਪਣੀ ਰਾਏ ਦਿੱਤੀ ਹੋਈ ਹੈ। ਭਾਈ ਸਾਹਿਬ ਦੀ ਸੰਪਾਦਨ ਕਲਾ ਦਾ ਪ੍ਰਭਾਵ ਪਿਛਲੀਆਂ ਰਚਨਾਵਾਂ ਉੱਪਰ ਵੀ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ। ਉਦਾਹਰਣ ਗਿਆਨੀ ਕਿਰਪਾਲ ਸਿੰਘ ਦੁਆਰਾ ਸੰਪਾਦਿਤ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਲਈ ਜਾ ਸਕਦੀ ਹੈ। ਇੱਕ ਹੋਰ ਬੜੀ ਦਿਲਚਸਪ ਗੱਲ ਹੈ, ਉਹ ਇਹ ਹੈ ਕਿ ਦੋ ਗ੍ਰੰਥਾਂ ਦੇ ਮੂਲ ਨਾਂ ਉਹ ਨਹੀਂ ਜੋ ਅੱਜ ਪ੍ਰਚਲਿਤ ਹਨ। ਪ੍ਰਾਚੀਨ ਪੰਥ ਪ੍ਰਕਾਸ਼ ਤੇ ਪੁਰਾਤਨ ਜਨਮ ਸਾਖੀ ਅਜਿਹੇ ਹੀ ਨਾਂ ਹਨ ਜੋ ਭਾਈ ਸਾਹਿਬ ਜੀ ਦੇ ਦਿੱਤੇ ਹੋਏ ਹਨ। ਸਰਦਾਰ ਰਤਨ ਸਿੰਘ ਜੀ ਭੰਗੂ ਵਾਲੇ ਗ੍ਰੰਥ ਦਾ ਮੂਲ ਨਾਂ ਸ੍ਰੀ ਗੁਰੂ ਪੰਥ ਪ੍ਰਕਾਸ਼ ਹੈ, ਪਰ ਭਾਈ ਸਾਹਿਬ ਜੀ ਨੇ ਸੰਪਾਦਨਾ ਵੇਲੇ
ਪ੍ਰਾਚੀਨ ਸ਼ਬਦ ਆਪਣੇ ਕੋਲੋਂ ਪਾ ਕੇ ਪ੍ਰਾਚੀਨ ਪੰਥ ਪ੍ਰਕਾਸ਼ ਬਣਾ ਦਿੱਤਾ ਤੇ ਅੱਜ ਇਹੋ ਹੀ ਨਾਮ ਪ੍ਰਚਲਿਤ ਹੈ। ਪੁਰਾਤਨ ਜਨਮ ਸਾਖੀ ਦਾ ਮੂਲ ਨਾਂ ਸਾਖੀ ਸ੍ਰੀ ਬਾਬੇ ਨਾਨਕ ਜੀ ਕੀ ਹੈ, ਪਰ ਭਾਈ ਸਾਹਿਬ ਜੀ ਦੇ ਜਨਮ ਸਾਖੀਆਂ ਦੀ ਪੜਚੋਲ ਕਰਕੇ ਇਸ ਨੂੰ ਸਭ ਤੋਂ ਵਧੇਰੇ ਪ੍ਰਾਚੀਨ ਜਾਣ ਕੇ ਇਸ ਦਾ ਨਾਂ ਪੁਰਾਤਨ ਜਨਮ ਸਾਖੀ ਰੱਖ ਦਿੱਤਾ ਤੇ ਇਹੋ ਹੀ ਨਾਂ ਅੱਜ ਕੱਲ੍ਹ ਪ੍ਰਚਲਿਤ ਹੈ। ਤੇ ਭਾਈ ਵੀਰ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਟੀਕਾ ਕਰਨਾ ਵੀ ਸ਼ੁਰੂ ਕੀਤਾ ਸੀ, ਜਿਸ ਦੀਆਂ 7 ਪੋਥੀਆਂ ਖਾਲਸਾ ਸਮਾਚਾਰ ਵੱਲੋਂ ਪ੍ਰਕਾਸ਼ਿਤ ਵੀ ਹੋ ਚੁੱਕੀਆਂ ਸਨ। ਉਮਰ ਨੇ ਭਾਈ ਜੀ ਨਾਲ ਵਫਾ ਨਾ ਕੀਤੀ ਤੇ ਜਿਸ ਕਰਕੇ ਇਹ ਕੰਮ ਅਧੂਰਾ ਹੀ ਰਹਿ ਗਿਆ। ਭਾਈ ਵੀਰ ਸਿੰਘ ਜੀ ਦੀ ਗੁਰਬਾਣੀ ਵਿਆਖਿਆ ਪ੍ਰਣਾਲੀ ਨੂੰ ਡਾਕਟਰ ਤਰਨ ਸਿੰਘ ਜੀ ਨੇ ਸਿੰਘ ਸਭਾਈ ਪ੍ਰਣਾਲੀ ਦਾ ਨਾਂ ਦਿੱਤਾ ਹੈ। ਉਹਨਾਂ ਦੇ ਸ਼ਬਦ ਜਿਵੇਂ ਭਾਈ ਵੀਰ ਸਿੰਘ ਜੀ ਦੀ ਰਚਨਾਤਮਕ ਪ੍ਰਤਿਭਾ ਦੁਆਰਾ ਪੰਜਾਬੀ ਸਾਹਿਤ ਨੇ ਆਧੁਨਿਕਤਾ ਵਿੱਚ ਪ੍ਰਵੇਸ਼ ਕੀਤਾ, ਉਸੇ ਤਰ੍ਹਾਂ ਉਸ ਪ੍ਰਤਿਭਾ ਦੁਆਰਾ ਗੁਰਬਾਣੀ ਦੀ ਟੀਕਾਕਾਰੀ, ਵਿਆਖਿਆਕਾਰੀ ਅਤੇ ਸਿਧਾਂਤ ਨਿਰਣੇ ਨੇ ਆਧੁਨਿਕਤਾ ਵਿੱਚ ਪ੍ਰਵੇਸ਼ ਕੀਤਾ। ਜੇ ਭਾਈ ਵੀਰ ਸਿੰਘ ਤੋਂ ਤੁਰੀ ਟੀਕਾਕਾਰੀ ਪਰੰਪਰਾ ਨੂੰ ਕੋਈ ਵਿਸ਼ੇਸ਼ ਨਾਂ ਦੇਣਾ ਹੋਵੇ ਤਾਂ ਇਸ ਪਰੰਪਰਾ ਨੂੰ ਸਿੰਘ ਸਭਾਈ ਪਰੰਪਰਾ ਕਿਹਾ ਜਾ ਸਕਦਾ ਹੈ। ਸਿੰਘ ਸਭਾ ਦੇ ਆਸ਼ਿਆਂ ਵਿੱਚ ਪੰਜਾਬੀ ਜ਼ੁਬਾਨ ਨੂੰ ਤਰੱਕੀ ਦੇਣਾ, ਪ੍ਰਫੁੱਲਿਤ ਕਰਨਾ ਤੇ ਹਰ ਲਿਹਾਜ਼ ਨਾਲ ਸਮੇਂ ਦੀ ਹਾਣੀ ਬਣਾਉਣਾ ਸੀ। ਉਂਝ ਵੀ 19ਵੀਂ ਸਦੀ ਦੇ ਅਖੀਰ ਤੇ 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿੱਚ ਚੱਲੇ ਭਾਸ਼ਾਈ ਵਿਵਾਦਾਂ ਨੇ ਪੰਜਾਬੀ ਨੂੰ ਸਿੱਖਾਂ ਨਾਲ ਜੋੜ ਦਿੱਤਾ ਸੀ। ਸ਼ਾਇਦ ਇਸੇ ਕਰਕੇ ਭਾਈ ਸਾਹਿਬ ਜੀ ਨੇ ਆਪਣੇ ਵਿਦਿਅਕ ਅਤੇ ਧਾਰਮਿਕ ਮਨੋਰਥਾਂ ਦੀ ਪੂਰਤੀ ਲਈ ਇਸ ਨੂੰ ਅਪਣਾ ਲਿਆ ਸੀ। ਸਿੱਖਾਂ ਦੀਆਂ ਧਾਰਮਿਕ ਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਪੰਜਾਬੀ ਨੂੰ ਇੱਕ ਖਾਸ ਥਾਂ ਹਾਸਲ ਹੁੰਦੀ ਗਈ ਤੇ ਉਹਨਾਂ ਵੱਲੋਂ ਜਾਰੀ ਕੀਤੇ ਗਏ ਅਖਬਾਰਾਂ, ਰਸਾਲਿਆਂ ਵਿੱਚ ਪੰਜਾਬੀ ਦੇ ਕਾਜ ਨੂੰ ਉਭਾਰਨਾ ਜ਼ਰੂਰੀ ਹੁੰਦਾ ਗਿਆ। ਭਾਈ ਵੀਰ ਸਿੰਘ ਜੀ ਨੇ ਪੰਜਾਬੀ ਪ੍ਰਚਾਰ ਦੇ ਕੰਮ ਨੂੰ ਇੱਕ ਧਾਰਮਿਕ ਫਰਜ਼ ਵੱਲੋਂ ਕਬੂਲਿਆ ਅਤੇ ਪੰਜਾਬੀ ਤੇ ਹਿੰਦੀ ਦੀ ਖਿੱਚੋਤਾਣ ਸੰਬੰਧੀ ਜੋ ਚਰਚਾ ਖਾਲਸਾ ਸਮਾਚਾਰ ਵਿੱਚ ਹੋਈ ਮਿਲਦੀ ਹੈ, ਉਹ ਕਿਸੇ ਹੋਰ ਸਮਕਾਲੀ ਅਖਬਾਰ ਰਸਾਲੇ ਵਿੱਚ ਮੈਂ ਨਹੀਂ ਵੇਖੀ। ਇਹ ਧਰਮ ਸਿੰਘ ਜੀ ਲਿਖਦੇ ਨੇ, ਉਹ ਕਿਸੇ ਹੋਰ ਸਮਕਾਲੀ ਅਖਬਾਰ ਵਿੱਚ ਇਹ ਨਹੀਂ ਦੇਖੀ ਉਹਨਾਂ ਨੇ। ਇਸ ਸਮੇਂ ਪੰਜਾਬੀ ਨੂੰ ਖਤਰਾ ਹਿੰਦੀ ਤੋਂ ਬਣਿਆ ਹੋਇਆ ਸੀ ਤੇ ਇਸ ਵਿੱਚ ਪੇਸ਼ ਆਰੀਆ ਸਮਾਜੀ ਸੱਜਣ ਸਨ, ਜਿਨ੍ਹਾਂ ਦੇ ਨੇਤਾ ਲਾਲਾ ਲਾਜਪਤ ਰਾਏ ਸਨ। ਖਾਲਸਾ ਸਮਾਚਾਰ ਵਿੱਚ ਛਪੇ ਇੱਕ ਲੰਮੇ ਲੇਖ ਦਾ ਨਾਂ ਹੀ ਲਾਲਾ ਲਾਜਪਤ ਰਾਏ ਜੀ ਤੇ ਹਿੰਦੀ ਪੰਜਾਬੀ ਹੈ, ਜੋ ਅਕਤੂਬਰ-ਨਵੰਬਰ 1911 ਈਸਵੀ ਦੇ ਅੰਕਾਂ ਵਿੱਚ ਪ੍ਰਕਾਸ਼ਿਤ ਹੋਇਆ ਸੀ। ਅਨੁਮਤੀਆਂ ਨਾਲ ਸੰਵਾਦ ਰਚਾਉਣ ਤੋਂ ਬਿਨਾਂ ਭਾਈ ਵੀਰ ਸਿੰਘ ਜੀ ਨੇ ਜਿਹੜਾ ਹੋਰ ਕੰਮ ਕੀਤਾ, ਉਹ ਸੀ ਪੰਜਾਬੀ ਹਤੈਸ਼ੀਆਂ ਵੱਲੋਂ ਲੇਖ ਲਿਖਾ ਕੇ ਖਾਲਸਾ ਸਮਾਚਾਰ ਵਿੱਚ ਪ੍ਰਕਾਸ਼ਿਤ ਕਰਨਾ। ਲਾਲਾ ਬਿਸ਼ਨ ਦਾਸ ਪੁਰੀ ਦਾ ਇੱਕ ਲੰਮਾ ਲੇਖ ਪੰਜਾਬੀ ਦਾ ਭੰਡਾਰ ਭਰੋ ਹੈ, ਉਹਨਾਂ ਨੇ 5ਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ ਵਿੱਚ ਪੜ੍ਹਿਆ ਸੀ। ਉਹ ਮਗਰੋਂ ਖਾਲਸਾ ਸਮਾਚਾਰ ਵਿੱਚ ਕਿਸ਼ਤਵਾਰ ਛਪਦਾ ਰਿਹਾ। ਪੁਰੀ ਜੀ ਦੇ ਪੰਜਾਬੀ ਦੇ ਹੱਕ ਵਿੱਚ ਲਿਖੇ ਹੋਰ ਕਈ ਲੇਖ ਖਾਲਸਾ ਸਮਾਚਾਰ ਵਿੱਚ ਛਪੇ ਹੋਏ ਮਿਲਦੇ ਹਨ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਭਾਈ ਵੀਰ ਸਿੰਘ ਜੀ ਦੀ ਇੱਛਾ ਪੰਜਾਬੀ ਨੂੰ ਤੇ ਪੰਜਾਬੀ ਦੇ ਜੀਵਨ ਵਿਹਾਰ ਤੇ ਮਾਨਸਿਕਤਾ ਦਾ ਇੱਕ ਅੰਗ ਬਣਾਉਣਾ ਸੀ ਅਤੇ ਉਹਨਾਂ ਅਜਿਹਾ ਕਰਕੇ ਵੀ ਵਿਖਾਇਆ। ਹੋਰ ਤਾਂ ਹੋਰ ਖਾਲਸਾ ਸਮਾਚਾਰ ਦੇ ਪੰਨਿਆਂ ਉੱਤੇ ਸਾਨੂੰ ਕਈ ਪੁਸਤਕਾਂ ਦੇ ਰਚੇ ਜਾਣ ਦੇ ਕਾਰਨਾਂ ਦਾ ਵੀ ਪਤਾ ਲੱਗਦਾ ਹੈ, ਜਿਵੇਂ
ਭਾਈ ਕਾਨ ਸਿੰਘ ਜੀ ਨਾਭਾ ਦੀ ਹਮ ਹਿੰਦੂ ਨਹੀਂ ਅਤੇ ਭਾਈ ਜੋਧ ਸਿੰਘ ਰਚਿਤ ਗੁਰੂ ਸਾਹਿਬ ਅਤੇ ਵੇਦ ਆਦਿ। ਨਤੀਜੇ ਵਜੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਭਾਈ ਵੀਰ ਸਿੰਘ ਨੇ ਸਿੰਘ ਸਭਾ ਲਹਿਰ ਦੀਆਂ ਲੋੜਾਂ, ਤਕਾਜ਼ਿਆਂ ਤੇ ਉਸ ਦੁਆਰਾ ਨਿਰਧਾਰਿਤ ਟੀਚਿਆਂ ਦੀ ਪੂਰਤੀ ਹਿੱਤ ਆਪਣੀ ਸਾਹਿਤ ਸਿਰਜਣਾ ਕੀਤੀ। ਸਿੱਖ ਧਰਮ ਦੇ ਗੌਰਵਮਈ ਵਿਰਸੇ ਨੂੰ ਨਵੀਨ ਸਾਹਿਤ ਰੂਪਾਂ ਰਾਹੀਂ ਸਦਾ ਪ੍ਰਚਾਰਿਤ ਕਰਨਾ ਤੇ ਤਤਕਾਲੀਨ ਚੁਣੌਤੀਆਂ ਦੇ ਸਾਹਮਣੇ ਸਿੱਖ ਧਰਮ ਦਾ ਪੱਖ ਮਜ਼ਬੂਤੀ ਨਾਲ ਰੱਖਣ ਵਿੱਚ ਭਾਈ ਵੀਰ ਸਿੰਘ ਜੀ ਦਾ ਅਹਿਮ ਯੋਗਦਾਨ ਹੈ। ਸਿੰਘ ਸਭਾ ਨਾਲ ਜੁੜੇ ਲੇਖਕਾਂ ਵਿੱਚੋਂ ਆਕਾਰ ਅਤੇ ਪ੍ਰਕਾਰ ਪੱਖੋਂ ਉਹ ਸਭ ਨਾਲੋਂ ਵੱਡਾ ਤੇ ਸਮਰਥਾਵਾਨ ਲੇਖਕ ਹੈ। ਇਸੇ ਲਈ ਸੰਤ ਸਿੰਘ ਜੀ ਸੇਖੋਂ ਵਰਗੇ ਆਲੋਚਕ ਨੂੰ ਇਹ ਮੰਨਣਾ ਪਿਆ ਕਿ ਇਹ ਇੱਕ ਅਚੰਭੇ ਵਾਲੀ ਗੱਲ ਹੈ ਕਿ ਜਿੱਥੇ ਆਮ ਕਰਕੇ ਕੌਮਾਂ ਦੇ ਕਲਿਆਣ ਤੇ ਪੁਨਰ ਸੁਰਜੀਤੀ ਦੇ ਪ੍ਰਮੁੱਖ ਨੇਤਾ ਹੁੰਦੇ ਹਨ, ਉੱਥੇ ਆਧੁਨਿਕ ਪੰਜਾਬ ਦੇ ਪੁਨਰ ਜਨਮ ਦਾ ਪ੍ਰਮੁੱਖ ਨੇਤਾ ਇੱਕ ਕਵੀ ਤੇ ਸਾਹਿਤਕਾਰ ਹੈ। ਅਤੇ ਇਹ ਸਾਹਿਤਕਾਰ ਹੈ ਕੌਣ? ਭਾਈ ਵੀਰ ਸਿੰਘ ਜੀ। ਤੇ ਇਹ ਜੋ ਕੁਛ ਵੀ ਹੈ ਤੇ ਇਸੇ ਭਾਈ ਜੋਧ ਸਿੰਘ ਜੀ ਦੇ ਸ਼ਬਦਾਂ ਰਾਹੀਂ ਅਸੀਂ ਹੋਰ ਸਪਸ਼ਟ ਕਰਦੇ ਹਾਂ, ਜੋ ਉਹਨਾਂ ਨੇ ਲਿਖਿਆ ਕਿ ਸਿੰਘ ਸਭਾ ਦੇ ਦੋ ਆਦਰਸ਼ਾਂ ਨਿਰੋਲ ਗੁਰਮਤਿ ਦਾ ਪ੍ਰਚਾਰ ਤੇ ਪੰਜਾਬੀ ਬੋਲੀ ਦੀ ਤਰੱਕੀ ਲਈ ਜਿਤਨਾ ਕੰਮ ਭਾਈ ਵੀਰ ਸਿੰਘ ਨੇ ਕੀਤਾ ਹੈ, ਉਨਾ ਸ਼ਾਇਦ ਹੀ ਕਿਸੇ ਇੱਕ ਲਿਖਾਰੀ ਨੇ 20ਵੀਂ ਸਦੀ ਵਿੱਚ ਕੀਤਾ ਹੋਵੇ। ਮੁੱਖ ਦੀ ਗੱਲ ਇਹ ਕਿ ਸਿੰਘ ਸਭਾ ਲਹਿਰ ਦੇ ਸਾਰੇ ਪੱਖਾਂ ਵਿੱਚ ਜਿੰਨੀ ਸੇਵਾ ਭਾਈ ਸਾਹਿਬ ਜੀ ਭਾਈ ਵੀਰ ਸਿੰਘ ਜੀ ਨੇ ਕੀਤੀ ਹੈ, ਉਤਨੀ ਸ਼ਾਇਦ ਹੀ ਇਕੱਲੇ ਇੱਕ ਵਿਅਕਤੀ ਨੇ ਹੀ ਕੀਤੀ ਹੋਵੇ। ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਉਹਨਾਂ ਨੇ ਇਸ ਕੰਮ ਨੂੰ ਨੇਪਰੇ ਚਾੜਿਆ ਤੇ ਹਰ ਵੇਲੇ ਜੋ ਸਿੰਘ ਸਭਾ ਲਹਿਰ ਦੇ ਮੋਢੀ ਸਨ, ਉਹਨਾਂ ਦੇ ਦਿਲਾਂ ਵਿੱਚ ਵੀ ਤੇ ਗੁਰੂ ਕੇ ਸਿੱਖਾਂ ਦੇ ਵਿੱਚ ਇਹ ਭਾਵਨਾ ਪੈਦਾ ਕੀਤੀ ਗਈ ਕਿ ਗੁਰੂ ਮਹਾਰਾਜ ਸਾਨੂੰ ਕੀ ਸੰਦੇਸ਼ ਦਿੰਦੇ ਨੇ। ਮੇਰੇ ਪਾਤਸ਼ਾਹ ਰਹਿਮਤਾਂ ਕਰਨ। ਆਵੋ ਭੈਣੇ ਗਲ ਮਿਲੇ ਅੰਕ ਸਹੇਲੜੀਆਂ। ਤੇ ਇਹ ਜੋ ਸ਼ਬਦ ਤੁਸੀਂ ਸਰਵਣ ਕਰ ਰਹੇ ਹੋ, ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪੰਨਾ 17 ਤੇ ਸ਼ੁਰੂ ਹੁੰਦਾ ਹੈ ਤੇ 18 ਤੇ ਸਮਾਪਤੀ ਹੁੰਦੀ ਹੈ। ਤੇ ਇਹਦੇ ਵਿੱਚ ਅੰਕ, ਹੁਣ ਦੇਖੋ ਅੰਕ ਕੱਕੇ ਨੂੰ ਸਿਆਰੀ ਹੈ। ਅੰਕ ਕੀ ਹੈ? ਅੰਕ ਵਿੱਚ ਭਾਵ ਜੱਫੀ ਵਿੱਚ। ਅਜੇ ਤੱਕ ਅਸੀਂ ਇਹੀ ਗੱਲੇ ਨਹੀਂ ਸਮਝ ਸਕੇ ਗੁਰਬਾਣੀ ਦੇ ਬੋਧ ਨੂੰ। ਅਸੀਂ ਇਹੀ ਲੜੀ ਜਾਂਦੇ ਹਾਂ ਕਿ ਇਹ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਉੱਪਰ ਹਿੰਸੇ ਲਿਖਿਓ ਆ, ਹਰੇਕ ਪੇਜ ਦੇ ਉੱਪਰ ਉਹਨੂੰ ਪੰਨਾ ਨਹੀਂ ਕਹਿਣਾ, ਅੰਗ ਕਹਿਣਾ, ਜਦੋਂ ਕਿ ਅੰਕ ਤੇ ਅੰਗ ਇੱਕੋ ਹੀ ਗੱਲ ਹੈ। ਪਰ ਹੁਣ ਚੀਜ਼ ਕੀ ਹੈ? ਅਸੀਂ ਪੰਜਾਬੀ 'ਚ ਅੰਗ ਕਹਿੰਦੇ ਹਾਂ ਤੇ ਇੱਕ ਲਫ਼ਜ਼ ਦੇ ਇੱਕੋ ਹੀ ਮਾਇਨੇ ਨਹੀਂ ਹੁੰਦੇ, ਕਈ ਹੋਰ ਮਾਇਨੇ ਹੁੰਦੇ ਨੇ। ਹੁਣ ਜੇ ਅਸੀਂ ਇਹੀ ਜੋ ਸ਼ਬਦ ਆ ਕਿਤੇ ਪੜ੍ਹ ਲਈਏ ਧਿਆਨ ਨਾਲ, ਪਾਤਸ਼ਾਹ ਕਹਿੰਦੇ ਨੇ ਸਭ ਤੋਂ ਵੱਡੀ ਗੱਲ ਕੀ ਹੈ, ਨੁਕਤਾ ਕੀ ਹੈ? ਕਰਤਾ ਸਭ ਕੋ ਤੇਰੇ ਜ਼ੋਰ, ਏਕ ਸ਼ਬਦ ਵਿਚਾਰੀਐ ਜਾ ਤੂੰ ਤਾਂ ਕਿਆ ਹੋਰ। ਜਾ ਨਹੀਂ ਪੜ੍ਹਨਾ, ਜਾ। ਜੇ ਤੂੰ ਭਾਵ ਹੇ ਕਰਤਾਰ ਜੀ, ਹਰੇਕ ਜੀਵ ਤੇਰੇ ਹੁਕਮ ਵਿੱਚ ਹੀ ਤੁਰਦਾ ਹੈ ਤੇ ਤੁਰ ਸਕਦਾ ਹੈ। ਪਰ ਜਦੋਂ ਤੇਰੀ ਸਿਫਤ ਸਲਾਹ ਦੀ ਬਾਣੀ ਨੂੰ
ਇਹ ਜੀਵ ਵਿਚਾਰਦਾ ਹੈ ਤਾਂ ਉਹਨੂੰ ਸਮਝ ਪੈਂਦੀ ਹੈ। ਕਿਹੜੀ ਗੱਲ ਦੀ ਸਮਝ ਪੈਂਦੀ ਹੈ? ਉਹ ਸਮਝ ਪੈਂਦੀ ਹੈ, ਜਾਂ ਤੂੰ ਤਾਂ ਕਿਆ ਹੋਰ। ਵੀ ਜੇ ਤੂੰ, ਜਦੋਂ ਤੂੰ ਸਾਡੇ ਸਿਰ ਉੱਤੇ ਰਾਖਾ ਹੈ ਤੇ ਹੋਰ ਕੋਈ ਸਾਡਾ ਕੀ ਵਿਗਾੜ ਸਕਦੇ ਨੇ? ਹੁਣ ਗੱਲ ਫੇਥ ਦੀ ਹੈ, ਗੱਲ ਵਿਸ਼ਵਾਸ ਦੀ ਹੈ, ਗੱਲ ਸ਼ਰਧਾ ਦੀ ਹੈ, ਨਾ ਕਿ ਅੰਨੀ ਸ਼ਰਧਾ ਦੀ। ਅਸੀਂ ਤਾਂ ਡੰਡੇ ਦੀ ਜ਼ੋਰ ਨਾਲ ਪ੍ਰਚਾਰ ਕਰ ਰਹੇ ਹਾਂ। ਜੇ ਮੰਨ ਲਓ ਮੈਂ ਹੁਣ ਗੱਲਬਾਤ ਕਰ ਰਿਹਾ ਗੁਰਬਾਣੀ ਵਿਚਾਰ ਦੇ ਸੰਬੰਧ ਵਿੱਚ, ਜੇ ਮੈਂ ਕੋਈ ਗਲਤੀ ਕੀਤੀ ਹੈ ਤਾਂ ਮੈਨੂੰ ਦੱਸਿਆ ਜਾ ਸਕਦਾ ਵੀ ਜਸਵੀਰ ਸਿੰਘ ਜੀ ਇੱਥੇ ਤੁਸੀਂ ਗਲਤ ਹੋ। ਉਸ ਗਲਤੀ ਨੂੰ ਸੁਧਾਰਿਆ ਜਾ ਸਕਦਾ, ਨਾ ਕਿ ਸਿੱਧਾ ਹੀ ਬਈ ਉਹ ਬਦਮਾਸ਼ਪੁਣਾ ਕਰਨ ਲਈ ਇਕੱਠੇ ਹੋ ਕੇ ਪ੍ਰਚਾਰਕ ਨੂੰ ਘੇਰ ਲਓ ਵੀ ਤੂੰ ਕੌਣ ਹੁੰਦਾ ਇਹ ਕਰਨ ਵਾਲਾ। ਹੁਣ ਜੇਕਰ ਦੇਖਿਆ ਜਾਵੇ, ਜੋ ਮੋਰਲ ਤੌਰ ਤੇ ਇਨਸਾਫ ਦੀ ਨਜ਼ਰ ਵਿੱਚ ਦੇਖਿਆ ਜਾਵੇ, ਉਹ ਡਾਂਗਾਂ ਵਾਲਿਆਂ ਨੂੰ ਪੁੱਛੋ ਵੀ ਤੁਸੀਂ ਕੌਣ ਹੁੰਦੇ ਆ, ਡਾਂਗਾਂ ਚੁੱਕੀ ਤੁਰੇ ਫਿਰਦੇ ਆ। ਪਰ ਨਹੀਂ, ਕਿਉਂਕਿ ਅਸੀਂ ਗੁਰੂ ਦੀ ਗੱਲ ਤਾਂ ਸਮਝੀ ਹੀ ਨਹੀਂ। ਹੁਣ ਦੇਖੋ ਨਾ, ਪਾਤਸ਼ਾਹ ਨੇ ਸਾਫ਼ ਕਿਹਾ, ਏਕ ਸ਼ਬਦ ਵਿਚਾਰੀ ਹੈ। ਸ਼ਬਦ ਕੀ ਹੈ? ਗਿਆਨ। ਕਿਹੜਾ ਗਿਆਨ? ਏਕ ਸ਼ਬਦ, ਉਸ ਸਿਫਤ ਸਲਾਹ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਅਸੀਂ ਤਾਂ ਉਹਨੂੰ ਵਿਚਾਰਦੇ ਹੀ ਨਹੀਂ। ਹੁਣ ਦੇਖੋ ਨਾ, ਪਾਤਸ਼ਾਹ ਨੇ ਸਾਨੂੰ ਕਿਹਾ, ਆਵੋ ਭੈਣੇ ਗਲ ਮਿਲੇ ਅੰਕ ਸਹੇਲੜੀਆਂ। ਵਿਹੇਸ ਸਤਸੰਗਣ ਭੈਣੋ ਤੇ ਸਹੇਲਿਓ, ਆਓ ਪਿਆਰ ਨਾਲ ਆਪਾਂ ਸਤਸੰਗ ਵਿੱਚ ਇਕੱਠੇ ਹੋਈਏ। ਤੇ ਫਿਰ ਕਰਨਾ ਕੀ ਹੈ? ਮਿਲ ਕੇ ਕਰਿਆ ਕਹਾਣੀਆਂ ਸਮਰੱਥ ਕੰਤ ਕੀਆਂ। ਤੇ ਆਪਾਂ ਸਤਸੰਗ ਵਿੱਚ ਮਿਲ ਕੇ ਉਸ ਖਸਮ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਗੱਲਾਂ ਕਰੀਏ। ਉਹ ਕਿਹੜੇ ਅਕਾਲ ਪੁਰਖ ਦੀਆਂ? ਸਾਚੇ ਸਾਹਿਬ ਸਭ ਗੁਣ। ਉਹ ਸਦਾ ਕਾਇਮ ਰਹਿਣ ਵਾਲਾ ਜੋ ਸਾਡਾ ਮਾਲਕ ਹੈ, ਉਹ ਸਾਰੇ ਗੁਣ ਹੀ ਉਹਦੇ ਗੁਣ ਨੇ। ਔਗਣ ਤਾਂ ਹੈ ਹੀ ਨਹੀਂ। ਤੇ ਔਗਣ ਕਿਹਦੀ? ਤੇ ਨਾਲੇ ਕਹਿੰਦੇ ਜੀ ਔਗਣ ਹੁੰਦੇ ਆ, ਤੇ ਔਗਣ ਕਿਹਦੀ ਆ? ਔਗਣ ਸਭ ਅਸਾਂ। ਸਾਰੇ ਔਗਣ ਸਾਡੇ ਵਿੱਚ ਆ ਜਾਂਦੇ ਨੇ। ਇਹ ਆਂਦੀ ਕਦੋਂ ਆ? ਜਦੋਂ ਅਸੀਂ ਵਿਛੜੇ ਹਾਂ। ਜਦੋਂ ਅਸੀਂ ਹੁਣ ਭਰਾਵਾਂ ਨਾਲੋਂ ਭਰਾ ਵਿਛੜ ਗਏ ਹਾਂ, ਅਸੀਂ ਇੱਕ ਦੂਜੇ ਦੇ ਵੈਰੀ ਹੋਏ ਫਿਰਦੇ ਹਾਂ ਸਾਡੇ ਸਿੱਖ ਸਮਾਜ ਵਿੱਚ, ਤਾਂ ਫਿਰ ਸਾਰੇ ਔਗਣ ਆ ਗਏ। ਦੇਖੋ ਨਾ, ਮੈਂ ਮਿਸਾਲ ਦੇ ਤੌਰ ਤੇ ਅੱਗੇ ਜਿਹੜੇ ਕੇਸ ਰੱਖਣਾ ਸਿੱਖ ਵਾਸਤੇ ਜ਼ਰੂਰੀ ਹੈ। ਕੇਸਾਂ ਦੀ ਸੇਵਾ ਸੰਭਾਲ ਜਿਹੜੀ ਆ, ਉਹ ਕੇਸਾਂ ਨੂੰ ਸੰਭਾਲਣਾ ਉਹ ਜ਼ਰੂਰੀ ਹੈ। ਪਰ ਨਾਲ ਹੋਰ ਲਿਖਿਆ ਜਾਂਦਾ ਸੀ, ਇਹਨੂੰ ਮਤਲਬ ਥੋੜ੍ਹੀ ਜ਼ਿਆਦਾ ਤੂਲ ਦੇਣ ਲਈ, ਬਈ ਸਿੱਖ ਨੇ ਨੰਗੇ ਸਿਰ ਨਹੀਂ ਬਾਜ਼ਾਰਾਂ ਵਿੱਚ ਘੁੰਮਣਾ। ਤੇ ਉਹ ਜਿਹੜੇ ਸਾਡੇ ਜ਼ਿਆਦੇ ਹਮਦਰਦ ਸੀ, ਜਿਹੜੇ 1469 ਤੋਂ ਸਾਡੇ ਮਗਰ ਪਏ ਹੋ ਆ, ਉਹਨਾਂ ਨੇ ਕਿਹਾ ਵੀ ਇਹ ਸਾਰਾ ਕੁਛ ਜੋ ਕੁਛ ਇਹ ਗੱਲਾਂ ਕਰਦੇ ਨੇ ਸਿੰਘ ਸਭਾ ਲਹਿਰ ਦੇ ਜਾਂ ਹੋਰ ਕੋਈ ਇਹਨਾਂ ਦੇ ਜਿਹੜੇ ਵੱਡੇ ਵਡੇਰੇ ਨੇ, ਇਹ ਸਾਰਾ ਕੁਛ ਇਹਨਾਂ ਨੂੰ ਸਿੱਖੀ ਨਾਲ ਜੋੜ ਰਿਹਾ। ਤੇ ਸਿੱਖੀ ਦੀ ਜੜ ਕੀ ਹੈ? ਉਹ ਕੇਸ ਆ। ਤਾਂ ਸਿੱਧਾ ਕੰਮ ਕਰੋ ਜੀ, ਬਸ ਕੇਸਾਂ ਦਾ ਹੀ ਪਹਿਲਾਂ ਕਤਲ ਕਰੋ। ਦੇਖੋ ਲਫ਼ਜ਼ ਵਰਤਿਆ ਸਿੱਖ ਟਰਮੀਨੋਲੋਜੀ ਨੇ, ਸਿੱਖ ਸ਼ਬਦਾਵਲੀ ਦੇ ਵਿੱਚ ਸਿੱਖ ਦੇ ਕੇਸਾਂ ਨੂੰ ਕੱਟਣਾ ਨਹੀਂ ਕਿਹਾ ਜਾਂਦਾ, ਸਿੱਖ ਦੇ ਕੇਸਾਂ ਨੂੰ ਕਤਲ ਕਰਨਾ ਕਿਹਾ ਜਾਂਦਾ, ਜੋ ਕਿ ਮਰਡਰ ਆ। ਮਰਡਰ, ਮੈਨ ਸਲੌਟਰ ਵੀ ਨਹੀਂ, ਮਰਡਰ ਆ। ਤੇ ਇਹ ਅਸੀਂ ਉੱਦਾਂ ਕਹਿੰਦੇ ਅਸੀਂ ਬੜੇ ਬੀਬੇ ਰਾਣੇ ਆ,
ਤੇ ਜਦੋਂ ਸਾਡੀ ਕੌਮ ਦਾ ਇੱਕ ਵਿਅਕਤੀ ਕੇਸ ਕਤਲ ਕਰਵਾਉਂਦਾ ਹੈ ਤਾਂ ਕਿੰਨੇ ਮਰਡਰ ਹੋ ਰਹੇ ਨੇ। ਪਰ ਜਦੋਂ ਸਰੀਰਕ ਤੌਰ ਤੇ ਸਾਡੇ ਹੋਰ ਮਰਡਰ ਹੁੰਦੇ ਨੇ, ਅਸੀਂ ਸਾਰਾ ਕੁਝ ਉਹ ਇਸੇ ਕਰਕੇ ਕਿਸੇ ਬੰਨੇ ਨਹੀਂ, ਅਸੀਂ ਕਿਸੇ ਅਸੂਲ ਤੇ ਨਹੀਂ ਟਿਕੇ। ਤੇ ਉਹਨਾਂ ਨੇ ਕਿਹਾ ਬਈ ਦਲੀਲਾਂ ਦੇਣੀਆਂ, ਸਾਨੂੰ ਮਖੌਲ ਕਰਨੇ ਸ਼ੁਰੂ ਕਰਤੇ। ਲਓ ਜੀ, ਕੇਸਾਂ ਨੂੰ ਕਿਹੜੇ ਅੰਬ ਲੱਗਦੇ ਆ, ਪਤਾ ਉਹਨਾਂ ਨੂੰ ਵੀ ਆ ਵੀ ਅੰਬ ਕੇਸਾਂ ਨੂੰ ਨਹੀਂ ਲੱਗਦੇ ਹੁੰਦੇ, ਅੰਬ ਦੇ ਦਰਖਤ ਨੂੰ ਲੱਗਦੇ ਹੁੰਦੇ। ਪਰ ਸਾਡੇ ਵਿੱਚ ਇਨਫੀਰੀਓਰਿਟੀ ਕੰਪਲੈਕਸ, ਭਾਵ ਮਤਲਬ ਵਿਚਾਰੇ ਜਿਹੇ ਬਣ ਕੇ ਅਸੀਂ ਗੁਰੂ ਦੀ ਗੱਲ ਤਾਂ ਹੁਣ ਦੇਖੋ ਨਾ, ਵੀ ਜੇ ਗੁਰੂ ਸਾਹਿਬ ਜੀ ਨੇ ਸਾਨੂੰ ਹਥਿਆਰ ਰੱਖਣ ਲਈ ਕਿਹਾ ਤਾਂ ਉਹਨੂੰ ਲੋੜ ਵੇਲੇ ਵਰਤਣ ਨੂੰ ਕਿਹਾ। ਸਾਡੀ ਤਾਂ ਲੋੜ ਰੋਜ਼ ਹੀ ਰਹਿੰਦੀ ਆ। ਕਮੇਟੀ ਤੇ ਕਬਜ਼ਾ ਕਰਨਾ ਉਹ ਵੀ ਲੋੜ ਆ ਜੀ, ਤੇ ਸਾਡੀ ਦੱਸੋ ਇਹ ਲੋੜ ਆ? ਕਮੇਟੀ ਦੇ ਅੰਦਰ ਹੈ ਕੌਣ? ਸਾਡੇ ਹੀ ਭਰਾ ਆ। ਤੇ ਜੇ ਗਲਤ ਕੰਮ ਕਰ ਰਹੇ ਨੇ ਤਾਂ ਉਹ ਵੀ ਉਹੀ ਆ। ਤੇ ਜਦ ਤਰੀਕਾ ਹੈਗਾ ਉਹਨਾਂ ਨੂੰ ਬਦਲਣ ਦਾ, ਤਾਂ ਉਹ ਤਰੀਕਾ ਅਸੀਂ ਇਸਤੇਮਾਲ ਨਹੀਂ ਕਰਦੇ। ਜਦ ਅਸੀਂ ਉਹ ਸਿਸਟਮ ਲੈ ਲਿਆ, ਜੇ ਸਿਸਟਮ ਨੂੰ ਅਸੀਂ ਨਹੀਂ ਇਸਤੇਮਾਲ ਠੀਕ ਢੰਗ ਤਰੀਕੇ ਨਾਲ ਕਰ ਰਹੇ, ਇਹਦਾ ਮਤਲਬ ਸਾਡੇ ਵਿੱਚ ਕਮਜ਼ੋਰੀ ਹੈ। ਤੇ ਹੁਣ ਦੇਖੋ, ਇਸ ਵੇਲੇ ਜਿਹੜਾ ਕੇਸ ਕਤਲ ਕਰਵਾਉਣ ਵਾਲਾ ਉਹ ਵੀ ਕਹਿ ਰਿਹਾ ਮੈਂ ਜੀ ਸਿੱਖ ਹਾਂ। ਮਤਲਬ ਹੋਰ ਤਾਂ ਗੱਲਾਂ ਦੀਆਂ ਗੱਲਾਂ, ਕਿਉਂਕਿ ਅਸੀਂ ਮੈਜੋਰਟੀ ਰੂਲ ਲੈ ਲਿਆ। ਜਦੋਂ ਕਿ ਗੁਰਮਤ ਜੋ ਹੈ ਉਹ ਕੁਆਲਿਟੀ ਨੂੰ ਪ੍ਰਵਾਨ ਕਰਦੀ ਹੈ, ਨਾ ਕਿ ਕੁਆਂਟਿਟੀ ਨੂੰ। ਤੇ ਹੁਣ ਬਹੁਤ ਗਿਣਤੀ ਕਹੀ ਜਾਂਦੀ ਜੀ। ਦੇਖੋ ਜੀ, ਜਿਹੜੇ ਗੁਰਦੁਆਰੇ ਬਣਾਏ ਹੋ ਆ, ਇਹ ਮੋਨਿਆਂ ਨੇ ਬਣਾਏ। ਠੀਕ ਹੈ, ਇਹ 'ਚ ਕੋਈ ਸ਼ੱਕ ਨਹੀਂ। ਪਰ ਉੱਥੇ ਮੋਨਿਆਂ ਨੇ ਇਸ ਕਰਕੇ ਬਣਾਇਆ ਵੀ ਜਿਹੜੇ ਵੀ ਉੱਥੇ ਸੰਗਤ ਆਊਗੀ ਉਹ ਸਾਰੇ ਕੇਸ ਕਤਲ ਕਰਵਾ ਸਕਦੇ ਆ। ਓਪਨਲੀ ਕੋਈ ਹੈ ਕਿਤੇ ਇਹ ਸੰਵਿਧਾਨ ਦੇ ਵਿੱਚ ਲਿਖਿਆ, ਜਿਹੜੀ ਸਿੱਖ ਰਿਆਇਤ ਮਰਿਆਦਾ ਵਿੱਚ? ਨਾ। ਮਤਲਬ ਕਿ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਅਸੀਂ ਗੁਰਦੁਆਰਿਆਂ ਤੇ ਜਿਹੜੇ ਸਾਡੇ ਅਸਥਾਨ ਨੇ, ਧਾਰਮਿਕ ਸਥਾਨ ਨੇ, ਉਹਨਾਂ ਦਾ ਇਸਤੇਮਾਲ ਕਰ ਰਹੇ ਹਾਂ। ਉਹ ਵੀ ਇਸਤੇਮਾਲ ਠੀਕ ਢੰਗ ਤਰੀਕੇ ਨਾਲ ਨਹੀਂ, ਨਾਜਾਇਜ਼ ਇਸਤੇਮਾਲ ਕਰ ਰਹੇ ਹਾਂ। ਇਹਨਾਂ ਗੱਲਾਂ ਕਰਕੇ ਹੀ ਹੁਣ ਦੇਖੋ ਨਾ, ਸਾਡੇ ਜਿਹੜੇ ਬਜ਼ੁਰਗ ਸੀ, ਪ੍ਰੋਫੈਸਰ ਗੁਰਮੁਖ ਸਿੰਘ ਵਰਗੇ, ਗਿਆਨੀਦੇਵ ਸਿੰਘ ਜੀ ਨੇ, ਹੋਰ ਠਾਕੁਰ ਸਿੰਘ ਜੀ ਸੰਧਾਵਨ, ਉਹਨਾਂ ਨੂੰ ਨਹੀਂ ਪਤਾ ਸੀ ਕਿ ਜਥੇਬੰਦੀ ਬਣਾਈ ਜਾਵੇ। ਉਹਨਾਂ ਨੇ ਲਹਿਰ ਬਣਾਈ, ਕੋਈ ਉਹ 'ਚ ਕੋਈ ਪ੍ਰਧਾਨ ਨਹੀਂ, ਕੋਈ ਸੈਕਟਰੀ ਨਹੀਂ। ਜਿਹੜੇ 5-7 ਸਿੱਖ ਸੀ ਉਹ ਇਕੱਠੇ ਹੋ ਕੇ ਉਹਨਾਂ ਨੇ ਕਿਹਾ ਵੀ ਜਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਮਿਸ਼ਨ ਹੈ, ਉਹ ਮਿਸ਼ਨ ਜਿਹੜੀ ਹੈ ਉਹ ਰੈਵੋਲੂਸ਼ਨਰੀ ਹੈ, ਉਹ ਲਹਿਰ ਹੈ ਇੱਕ। ਤੇ ਲਹਿਰ ਕਦੀ ਮੁੱਕਦੀ ਨਹੀਂ ਹੁੰਦੀ, ਲਹਿਰ ਚੱਲਦੀ ਰਹਿੰਦੀ ਹੈ। ਤੇ ਜਦੋਂ ਹੁਣ ਦੇਖੋ ਪਾਣੀ ਦੀ ਲਹਿਰ ਹੈ, ਚੱਲਦੀ ਆ, ਉਹਦੇ ਵਿੱਚ ਗੰਦ ਵੀ ਪੈ ਸਕਦਾ, ਕੋਈ ਐਸੀ ਗੱਲ ਨਹੀਂ, ਪਰ ਉਸ ਗੰਦ ਨੂੰ ਸਾਫ਼ ਵੀ ਕੀਤਾ ਜਾ ਸਕਦਾ। ਤੇ ਹੁਣ ਪਾਤਸ਼ਾਹ ਨੇ ਇਸੇ ਕਰਕੇ ਸਾਨੂੰ ਸੱਚ ਸਮਝਾਇਆ ਬਈ ਸੱਚ ਮਿਲੈ ਸੱਚ ਊਪਜੈ, ਸੱਚ ਮੈਂ ਸਾਚ ਸਮਾਏ, ਸੁਰਤ ਹੋਵੈ ਪਤ ਉਗਵੈ, ਗੁਰਬਚਨੀ ਭਉ ਖਾਏ, ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ। ਪਾਤਸ਼ਾਹ ਕਹਿੰਦੇ ਨੇ ਬਈ ਜੇ ਮਨੁੱਖ ਉਹ ਵਾਹਿਗੁਰੂ ਜੀ ਨੂੰ ਯਾਦ ਕਰਦਾ ਤਾਂ ਉਹਨੂੰ ਉਹ ਮਹਿਸੂਸ ਹੁੰਦਾ ਹੈ, ਤੇ ਵਾਹਿਗੁਰੂ ਉਸਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ, ਉਹਨੂੰ ਮਹਿਸੂਸ ਹੋਣ ਲੱਗ ਪੈਂਦਾ। ਇਹ ਨਹੀਂ ਪ੍ਰਗਟ ਹੋਣਾ ਵੀ ਹਿਰਦੇ ਚੋਂ ਨਿਕਲ ਕੇ ਬਾਹਰ ਮੋਹਰੇ ਖੜ ਜਾਂਦਾ, ਨਹੀਂ, ਮਹਿਸੂਸ ਹੁੰਦਾ ਹੈ। ਤੇ ਉਸ ਦੀ ਜਿਹੜੀ ਸੁਰਤ ਹੈ ਉਹ ਉਸ ਅਕਾਲ ਪੁਰਖ ਦੇ ਵਿੱਚ ਜੁੜੀ ਰਹਿੰਦੀ ਹੈ, ਤੇ ਪ੍ਰਭੂ ਦੇ ਦਰ ਤੇ ਉਸ ਨੂੰ ਆਦਰ ਸਤਿਕਾਰ ਮਿਲਦਾ ਹੈ, ਤੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਉਹ ਸੰਸਾਰਿਕ ਡਰ ਮੁਕਾ ਲੈਂਦਾ ਹੈ। ਜੇ ਸਾਡੇ ਗੁਰੂ ਕੇ ਸਿੱਖਾਂ ਨੇ, ਸਰਦਾਰ ਹਰੀ ਸਿੰਘ ਜੀ ਨਲੂਆ ਵਰਗਿਆਂ ਨੇ, ਹੁਣ ਦੇਖੋ ਨਾ, ਸ਼ੇਰ ਨੂੰ ਹੱਥ ਪਾ ਲਿਆ, ਉਹਦਾ ਜਬਾੜਾ ਪਾੜ ਕੇ ਰੱਖ ਦਿੱਤਾ। ਤੇ ਇਹ ਬਹਾਦਰੀ ਦੀਆਂ ਗੱਲਾਂ ਜਿਹੜੀਆਂ ਨੇ, ਇਹ ਹੋਰ ਕਿਸੇ ਕੌਮ ਦੇ ਵਿੱਚ ਨਹੀਂ ਹੈ। ਬਹਾਦਰ ਬਥੇਰੇ ਹੋਏ ਨੇ, ਨੈਪੋਲੀਅਨ ਵੀ ਹੋਇਆ, ਹੋਰ ਵੀ ਬਹੁਤ ਬਹਾਦਰ ਹੋਏ ਨੇ,
पर ऐसा जो ਕਰਤੱਵ ਹੈ ਉਹ ਸਿੱਖਾਂ ਦੇ ਹਿੱਸੇ ਹੀ ਆਇਆ ਹੈ। ਪਰ ਹੈਰਾਨੀ ਕਿਸ ਗੱਲ ਦੀ ਹੈ, ਇਹ ਸਾਰੀਆਂ ਗੱਲਾਂ ਸਾਨੂੰ ਦੱਸੀਆਂ ਨਹੀਂ ਜਾਂਦੀਆਂ। ਹੁਣ ਸਾਨੂੰ ਨਹੀਂ ਕਿ ਮਤਲਬ ਇਹ ਗੱਲਾਂ ਸੁਣ ਕੇ ਜਦ ਦੇਖੋ ਨਾ, ਹਰੀ ਸਿੰਘ ਵੀ ਇੱਕ ਇਨਸਾਨ ਸੀ, ਉਹ ਕੋਈ ਇਹ ਤਾਂ ਹੈ ਨਹੀਂ ਸੀ ਉਹ ਖਾਸ ਕੋਈ, ਹਾਂ ਇੱਕ ਖਾਸੀਅਤ ਸੀ ਉਹਨਾਂ ਵਿੱਚ। ਉਹ ਖਾਸੀਅਤ ਕੀ ਸੀ ਕਿ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਸੀ, ਫੇਥ ਸੀ। ਅੱਜ ਜੇ ਅਸੀਂ ਗੁਰੂ ਤੋਂ ਫੇਥ ਆਪਣਾ, ਗੁਰੂ ਤੋਂ ਵਿਸ਼ਵਾਸ ਅਸੀਂ ਘੱਟ ਕਰ ਲਿਆ ਤਾਂ ਫਿਰ ਨਿਆਣੇ ਵੀ ਸਾਡੇ ਇੱਦਾਂ ਦੇ ਹੀ ਆ, ਉਹਨਾਂ ਨੂੰ ਵੀ ਆਪਣੇ ਮਾਂ ਪਿਓ ਤੇ ਵਿਸ਼ਵਾਸ ਹੈ ਨਹੀਂ, ਕਿਉਂਕਿ ਇਹ ਆਪ ਘਰਾਂ 'ਚ ਹੋ ਰਿਹਾ ਸਾਡੇ ਸਮਾਜ 'ਚ। ਕਹਿਣ ਦਾ ਮਤਲਬ ਇਹ ਹੈ, ਜੇ ਅਸੀਂ ਗੁਰੂ ਦੀਆਂ ਗੱਲਾਂ, ਪਾਤਸ਼ਾਹ ਪਿਆਰ ਨਾਲ ਕਹਿ ਰਹੇ ਨੇ, ਆਵੋ ਭੈਣੇ ਗਲ ਮਿਲੇ। ਇੱਥੇ ਦਾ ਹਿਸਾਬ ਕਹਿੰਦੇ ਆ ਵੀ ਟੈਲੀਫੋਨ ਕੀਤੇ ਜਾਂਦੇ ਆ, ਆਓ ਜੀ ਖਾਲਸਾ ਜੀ ਆਪਾਂ ਤਿਆਰੀ ਕਰਨੀ ਆ, ਫਲਾਣੇ ਪ੍ਰਚਾਰਕ ਨੂੰ ਘੇਰਨਾ, ਉਹਨੂੰ ਧੌਣੋਂ ਫੜਨਾ। ਲਓ ਜੀ, ਪਾਤਸ਼ਾਹ ਕਹਿੰਦੇ ਨੇ ਗਲ ਮਿਲੇ ਤੇ ਉਹ ਕਹਿੰਦੇ ਧੌਣੋਂ ਫੜਨਾ। ਉਹ ਗਲ ਮਿਲਣ ਦੀ ਗੱਲ ਕਰ ਰਹੀ ਹੈ ਤੇ ਮੇਰੀ ਕੌਮ ਦੇ ਲਾਲ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ, ਉਹ ਗਲ ਘੁੱਟਣ ਦੀ ਗੱਲ ਕਰ ਰਹੇ ਨੇ। ਅਸੀਂ ਕਿੱਥੇ ਬਖਸ਼ੇ ਜਾਵਾਂਗੇ? ਕਿਉਂਕਿ ਪਾਤਸ਼ਾਹ ਤਾਂ ਦੇਖਦੇ ਨੇ, ਕਿਉਂਕਿ ਜਿਹੜੀ ਸਰਬ ਜੋਤ ਤੇਰੀ ਪਸਰ ਰਹੀ, ਉਹ ਸ਼ਕਤੀ ਗੁਰੂ ਦੀ ਇਸ ਵੇਲੇ ਵੀ ਅਸੀਂ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਦੀ ਜੋਤ ਹੈ, ਉਹ ਜੋਤ ਵਰਤ ਰਹੀ ਹੈ, ਪਰ ਅਸੀਂ ਉਸ ਸ਼ਕਤੀ ਤੋਂ ਅਣਜਾਣਪੁਣਾ ਸ਼ੋਅ ਕਰ ਰਹੇ ਹਾਂ। ਵਾਹਿਗੁਰੂ ਮਿਹਰ ਕਰੇ, ਸਾਨੂੰ ਸਮਤ ਬਖਸ਼ੇ ਤਾਂ ਕਿ ਅਸੀਂ ਗੁਰੂ ਦੇ ਬਚਨਾਂ ਨੂੰ ਅਸੀਂ ਆਪਣੇ ਹਿਰਦੇ ਵਿੱਚ ਵਸਾ ਕੇ, ਗੁਰੂ ਦੇ ਬਚਨਾਂ ਤੇ ਚੱਲ ਕੇ, ਉਸੇ ਹੀ ਲਹਿਰ ਦੇ ਵਿੱਚ ਸ਼ਾਮਲ ਹੋ ਕੇ ਫਿਰ ਅਸੀਂ ਉਸ ਮਾਲਕ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ। ਇਹੀ ਅਰਜ਼ੋਈ, ਇਹੀ ਅਰਦਾਸ ਮੇਰੇ ਪਾਤਸ਼ਾਹ ਰਹਿਮਤਾਂ ਕਰਨ। ਆਵੋ ਭੈਣੇ ਗਲ ਮਿਲੇ। ਤੇ ਮਕਸਦ ਸਾਡਾ ਕੀ ਸੀ? ਇਹੀ ਕਿ ਅੱਜ ਦੇ ਮੰਤਵ, ਜੋ ਪ੍ਰੋਗਰਾਮ ਦਾ ਉਦੇਸ਼ ਇਹੀ ਸੀ ਕਿ ਵੱਧ ਤੋਂ ਵੱਧ ਅਸੀਂ ਔਗਣ ਜਿਹੜੇ ਸਾਡੇ 'ਚ ਹਰੇਕ 'ਚ ਹੈ, ਮੇਰੇ 'ਚ ਵੀ ਹੈ, ਠੀਕ ਹੈ, ਅਸੀਂ ਪਿਆਰ ਵਸ ਕਈ ਵਾਰੀ ਨਹੀਂ ਕਹਿੰਦੇ, ਗੱਲ ਵੱਖਰੀ ਹੈ, ਪਰ ਔਗਣ ਸਾਰਿਆਂ ਦੇ ਵਿੱਚ ਹੈ। ਕਿਉਂਕਿ ਪਾਤਸ਼ਾਹ ਦੇ ਬਚਨ ਹੈ ਵੀ ਔਗਣ ਸਭ ਅਸਾਂ, ਆਪਾਂ ਸਾਰਿਆਂ 'ਚ ਔਗਣ। ਜੇ ਇਹ ਗੱਲ ਪ੍ਰਵਾਨ ਕਰ ਲਈਏ ਤਾਂ ਝਗੜਾ ਕੋਈ ਨਹੀਂ। ਹਾਂਜੀ, ਇਹ ਆਵਾਜ਼ ਰੇਡੀਓ ਸਿੰਘਾਂ ਦੀ ਆਵਾਜ਼ ਹੈ ਤੇ ਅੱਜ 20 ਕੱਤਕ ਸੰਮਤ 555 ਨਾਨਕ ਸ਼ਾਹ ਦੇ ਮੁਤਾਬਕ ਦਿਨ ਸ਼ੁੱਕਰਵਾਰ 3 ਨਵੰਬਰ 2023 ਸ਼ਾਮ ਦੇ ਵੇਲੇ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ। ਤੁਹਾਡੀ ਸੇਵਾ 'ਚ ਹਾਜ਼ਰ ਹੈ ਜਸਵੀਰ ਸਿੰਘ। ਤੇ ਜਿਹੜੇ ਤੁਹਾਡੇ ਸੁਨੇਹੇ ਆਏ ਜੀ, ਉਹ ਵੀ ਮੈਂ ਸਾਂਝੇ ਕਰਾਂ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਹਾਂਜੀ, ਤੇ ਨਾਲ ਹੀ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਭੈਣਾਂ ਦਾ ਜਿਹੜੇ ਸਟੈਂਡਿੰਗ ਆਰਡਰਸ ਰਾਹੀਂ ਆਪਣਾ ਯੋਗਦਾਨ ਪਾ ਰਹੇ ਨੇ, ਤੇ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ ਸਰਦਾਰ ਜਗਮੋਹਨ ਸਿੰਘ ਜੀ, ਤੇ ਬਹੁਤ ਦੇਖੋ ਜੀ ਤੁਹਾਡਾ ਵੀ ਯੋਗਦਾਨ ਕਾਫੀ ਹੈ ਕਿ 12 ਤਰੀਕ ਨੂੰ 12 ਨਵੰਬਰ ਨੂੰ ਵੈਸੇ ਤਾਂ ਦੀਵਾਲੀ ਤੇ ਬੰਦੀ ਛੋੜ ਦਿਵਸ ਵੀ ਹੈ, ਤੇ ਉਸ ਦਿਨ ਤੁਸੀਂ ਜੋ ਰਿਮੈਂਬਰੈਂਸ ਡੇ ਹੈ, ਉਹ ਰਿਮੈਂਬਰੈਂਸ ਡੇ 'ਤੇ ਇੱਕ ਸਿੱਖ ਹੋਣ ਦੇ ਨਾਤੇ ਸਪੀਚ ਵੀ ਦੇ ਰਹੇ ਹਾਂ। ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨੂੰ ਤੁਹਾਨੂੰ ਪੜ੍ਹ ਕੇ ਸਮਝੀ ਮੈਂ ਤੁਹਾਡੇ ਨਾਲ ਸਪੀਚ ਸਾਂਝੀ ਕਰ ਦੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Since the creation of Khalsa, meaning the pure ones, by Guru Gobind Singh Ji, who was our 10th Guru in April 1699. This has been part of the Sikh salutation. It means
Hail the Khalsa, who belongs to the God Waheguru. Hail the Waheguru, to whom belongs the victory. Sikhs have a long martial tradition that extends back more than 400 years to the time of the 6th Guru, Guru Hargobind Sahib Ji. ਤੇ ਇਸ ਤਰ੍ਹਾਂ ਤੁਸੀਂ ਆਪਣੇ ਜਿਹੜੇ ਵਿਚਾਰ ਰੱਖੇ ਨੇ, ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਅਤੇ ਪੂਰੀ ਸਪੀਚ ਤੁਹਾਨੂੰ ਮੁਬਾਰਕ, ਕਿਉਂਕਿ ਤੁਸੀਂ ਬਹੁਤ ਮਿਹਨਤ ਦੇ ਨਾਲ ਇਸ ਤਰ੍ਹਾਂ ਦੇ ਆਪਣੇ ਯੋਗਦਾਨ ਪਾ ਰਹੇ ਹੋ। ਅਤੇ ਸਰਦਾਰ ਜਗਮੋਹਨ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਤੁਸੀਂ ਉਹ ਸਪੀਚ ਮੈਨੂੰ ਭੇਜੀ ਹੈ। ਚਲੋ ਮੈਂ ਪੂਰੀ ਤਾਂ ਨਹੀਂ ਪੜ੍ਹ ਸਕਿਆ ਸਮੇਂ ਦੀ ਨਜ਼ਾਕਤ ਕਰਕੇ। ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਹੋਰ ਵੀ ਬਲ ਬਖਸ਼ੇ, ਤਾਂ ਕਿ ਗੁਰੂ ਕੇ ਸਿੱਖ ਇਸੇ ਤਰ੍ਹਾਂ ਦੁਨੀਆ ਨੂੰ ਪਤਾ ਲੱਗੇ ਕਿ ਇੱਥੇ ਮੌਜੂਦ ਨੇ। ਹਾਂਜੀ, ਗਿਆਨੀ ਅਵਤਾਰ ਸਿੰਘ ਜੀ ਜਲੰਧਰ ਤੋਂ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਰਦਾਰ ਮਨਜੀਤ ਸਿੰਘ ਜੀ ਕਾਲੋਂ ਫਤਿਹ ਸਾਂਝੀ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਸਰਦਾਰ ਅਜਮੇਰ ਸਿੰਘ ਜੀ ਸੋਹਤਾ ਈਸਟ ਲੰਡਨ ਤੋਂ ਕਹਿੰਦੇ ਨੇ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਸਰਦਾਰ ਹਰਪ੍ਰੀਤ ਸਿੰਘ ਜੀ ਮਾਨ, ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਵਿਟਜ਼ਰਲੈਂਡ ਤੋਂ ਸਰਦਾਰ ਗੁਰਦੇਵ ਸਿੰਘ ਜੀ ਫਤਿਹ ਸਾਂਝੀ ਕਰ ਰਹੇ ਨੇ, ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਰੁਪਿੰਦਰ ਸਿੰਘ ਜੀ ਥਿੰਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭਾਈ ਸਾਹਿਬ। ਮਿਲਟਨ ਕੀਨਸ ਤੋਂ ਸਰਦਾਰ ਦਰਸ਼ਨ ਸਿੰਘ ਜੀ ਲੋਟੇ ਫਤਿਹ ਸਾਂਝੀ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅਤੇ ਸਰਦਾਰ ਬਲਵਿੰਦਰ ਸਿੰਘ ਜੀ ਸਵਿਟਜ਼ਰਲੈਂਡ ਤੋਂ ਕਹਿੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ। ਸਰਦਾਰ ਜਸਵੀਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਅਤੇ ਸਰਦਾਰ ਸਤਵਿੰਦਰ ਸਿੰਘ ਗਿੱਲ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਸਵੀਰ ਸਿੰਘ ਜੀ। ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਗੁੱਡ, ਅਕਾਲ ਪੁਰਖ ਚੜ੍ਹਦੀ ਕਲਾ ਬਖਸ਼ੇ। ਥੈਂਕ ਯੂ ਜੀ। ਅਤੇ ਬੀਬੀ ਕੁਲਵਿੰਦਰ ਕੌਰ ਜੀ ਇਟਲੀ ਤੋਂ, ਬਹੁਤ ਬਹੁਤ ਧੰਨਵਾਦ ਭੈਣ ਜੀ। ਕਹਿੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਧੰਨਵਾਦ ਆਪ ਜੀ ਦਾ, ਗੁਰਬਾਣੀ ਵਿਚਾਰ ਨਾਲ ਜੋੜ ਰਹੇ ਹੋ ਜੀ। ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਅਤੇ ਇਸੇ ਤਰ੍ਹਾਂ ਜੀ ਸਾਡੇ ਵੀਰ ਜੀ ਸਰਦਾਰ ਮਨਜਿੰਦਰ ਸਿੰਘ ਜੀ ਥਿੰਦ ਲੁਧਿਆਣਾ ਤੋਂ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅਤੇ ਸ਼ਿਵੀ ਸਿੰਘ ਜੀ ਡਹੇਲੇ, ਬਹੁਤ ਬਹੁਤ ਧੰਨਵਾਦ। ਅਤੇ ਸਰਦਾਰ ਸੰਤੋਖ ਸਿੰਘ ਜੀ ਭੋਗਲ, ਬਹੁਤ ਬਹੁਤ ਧੰਨਵਾਦ ਜੀ। ਸਰਦਾਰ ਕੁਲਦੀਪ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸਰਦਾਰ ਸਤਵੀਰ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅਤੇ ਇਸੇ ਤਰ੍ਹਾਂ ਜੀ ਸਰਦਾਰ ਸੁਖਵਿੰਦਰ ਸਿੰਘ, ਬਹੁਤ ਬਹੁਤ ਧੰਨਵਾਦ ਜੀ। ਅਤੇ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਰਦਾਰ ਹਿੰਮਤ ਸਿੰਘ ਜੀ, ਤੁਹਾਡਾ ਵੀ ਧੰਨਵਾਦ। ਅਤੇ ਚਰਨਜੀਤ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸਰਦਾਰ ਸੁਖਰਾਜ ਸਿੰਘ ਜੀ ਮਾਨ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅਤੇ ਇਸੇ ਤਰ੍ਹਾਂ ਜੀ ਦੀਪ ਜੀ, ਤੁਹਾਡਾ ਵੀ ਧੰਨਵਾਦ। ਅਤੇ ਸਰਬਜੀਤ ਜੀ, ਤੁਹਾਡਾ ਵੀ ਧੰਨਵਾਦ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅਤੇ ਇੱਕ ਮੈਸੇਜ ਹੋਰ ਆਇਆ ਜੀ, ਸਾਡੇ ਵੀਰ ਜੀ ਸਰਦਾਰ ਤਲੋਚਨ ਸਿੰਘ ਜੀ, ਕਹਿੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਤੇ ਤੁਹਾਨੂੰ ਇਸੇ ਤਰ੍ਹਾਂ ਵਾਹਿਗੁਰੂ ਮਿਹਰ ਕਰੇ। ਅਤੇ ਬਹੁਤ ਬਹੁਤ ਧੰਨਵਾਦ। ਅਤੇ ਲਓ ਜੀ, ਅੱਜ ਦੀ ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਅਤੇ ਕੱਲ੍ਹ ਸਵੇਰੇ ਫਿਰ ਆਵਾਜ਼ ਦੇ ਰਾਹੀਂ ਹਾਂਜੀ ਸਰਦਾਰ ਜਸਦੇਵ ਸਿੰਘ ਜੀ ਰਾਏ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅਤੇ ਬੀਬੀ ਸੋਨੀਆ ਸਲੋਹ ਤੋਂ ਜੀ ਬਹੁਤ ਬਹੁਤ ਧੰਨਵਾਦ। ਅਤੇ ਇਸੇ ਤਰ੍ਹਾਂ ਜੀ ਸਰਦਾਰ ਹਰਮੀਤ ਸਿੰਘ ਜੀ ਰਾਜਸਥਾਨ ਤੋਂ, ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਮੇਰੇ ਪਾਤਸ਼ਾਹ ਰਹਿਮਤਾਂ ਕਰਨ। ਅਤੇ ਇੰਨੀ ਕੁ ਸੇਵਾ ਪ੍ਰਵਾਨ ਕਰਿਓ ਜੀ। ਕੱਲ੍ਹ ਅੰਮ੍ਰਿਤ ਵੇਲੇ ਫਿਰ ਵਿਚਾਰ ਆਪਾਂ ਸਾਂਝੇ ਕਰਾਂਗੇ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ। ਅਤੇ ਪ੍ਰੋਗਰਾਮ ਪੇਸ਼ ਕਰਦਿਆਂ ਹੋਈਆਂ ਗਲਤੀਆਂ ਦੀ ਖਿਮਾ। ਜਿੱਥੇ ਰਹੋ ਹਾਸੇ ਵਾਸੇ ਰਹੋ, ਚੜ੍ਹਦੀ ਕਲਾ 'ਚ ਰਹੋ। ਫਤਿਹ ਦੀ ਸਾਂਝ ਪਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।